Sangat ji, today by grace of Akal Purkh Waheguru and blessing of Sadguru ji, Dhan Dhan Sant Ishwar Singh ji Maharaj, today we are going to read and reflect upon a Shabad from Shri Guru Granth Sahib Ji Maharaj, which is on Ang 35. It is in Siri Rag Mahalla Tija. It is by our third Nanak Ji, Guru Amar Das Ji. Siri Rag Mahalla Tija. ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤੀ ਹੋਏ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤੀ ਹੋਏ। ਅੰਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ ਭਗਤੀ ਕਿਨੇਹੀ ਹੋਏ। ਇੱਕ ਤਿਲ ਪਿਆਰਾ ਵਿਸਰੈ ਭਗਤੀ ਕਿਨੇਹੀ ਹੋਏ। ਮਨ ਤਨ ਸੀਤਲ ਸਾਚ ਸਿਓ ਸਾਸ ਨ ਬਿਰਥਾ ਕੋਏ। ਮਨ ਤਨ ਸੀਤਲ ਸਾਚ ਸਿਓ ਸਾਸ ਨ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ। ਸਾਚੀ ਭਗਤੀ ਤਾਂ ਥੀਐ ਜਾਂ ਹਰ ਵਸੈ ਮਨ ਆਏ। ਰਹਾਓ ਸਹਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ। ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ। ਇਹ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ। ਬਾਣੀ ਵਜੀ ਚਹੁ ਜੁਗੀ ਸੱਚੋ ਸੱਚ ਸੁਣਾਏ। ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ। तिनको महल हदूर है जो सच रहे लिव लाए। नदरी नाम ध्याईए विण कर्मा पाया ना जाए। पूरे भाग सतसंगत लहै सतगुर भेटे जिस आए। अंदिन नामे रत्या दुख बिखिया विचों जाए। नानक शब्द मिलावड़ा नामे नाम समाए। सो संगत जी, with grace of Maharaj Ji, we are going to reflect on this Shabad. So let us go verse by verse, the meaning of every pankti. ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤੀ ਹੋਏ। So if we think of the suitable time and moment, at what time the worship of the God should be performed. ਜੇ ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਕੋਈ ਖਾਸ ਵਕਤ ਨਿਯੁਕਤ ਕਰਨਾ ਵਿਚਾਰੀਏ ਰਹੀਏ ਤਾਂ ਕਿਸ ਵੇਲੇ ਭਗਤੀ ਨਹੀਂ ਹੋ ਸਕਦੀ ਜਾਂ ਕਦੋਂ ਭਗਤੀ ਹੋ ਸਕਦੀ ਹੈ। अंदन नामे रत्या सच्चे सच्ची सोए। By remaining night and day, Andan, imbued with God's name, Ratya, Sache Sachi Soye, the true person has true union. Night and day one is attuned to the name of the true Lord is true. हर वेले ही परमात्मा दे नाम रंग विच रंगे रहा ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਅਤੇ ਸਦਾ ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ। ਇੱਕ ਤਿਲ ਪਿਆਰਾ ਵਿਸਰੈ ਭਗਤੀ ਕਿਨੇਹੀ ਹੋਏ। So if someone forgets the beloved naam even for an instant, what sort of devotion is that? ਜੇ ਇਨਸਾਨ ਥੋੜੀ ਦੇਰ ਲਈ ਇੱਕ ਤਿਲ ਮਾਤਰ ਵਾਸਤੇ ਵੀ ਮੋਹਤ ਭਰ ਲਈ ਵੀ ਪ੍ਰਮਾਤਮਾ ਨੂੰ ਭੁੱਲ ਜਾਵੇ ਤਾਂ ਉਹ ਕਿਸ ਕਿਸਮ ਦਾ ਪ੍ਰੇਮ ਹੈ ਭਗਤੀ ਹੈ। ਮਨ ਤਨ ਸੀਤਲ ਸਾਚ ਸਿਉ ਸਾਚ ਨਾ ਬਿਰਥਾ ਕੋਏ। So one whose mind, body are ਸੀਤਲ, are cooled and soothed by the true Lord, no breath of his is wasted. So ਜੇ ਇੱਕ ਸਾਹ ਵੀ ਪਰਮਾਤਮਾ ਦੀ ਯਾਦ ਤੋਂ ਖਾਲੀ ਜਾਂਦਾ ਹੈ ਤਾਂ ਪ੍ਰਭੂ ਦੇ ਨਾਲ ਜੁੜਿਆ ਇਹ ਕੋਈ ਭਗਤੀ ਨਹੀਂ। ਭਗਤੀ ਉਹ ਹੈ ਜੇ ਇੱਕ ਸਾਹ ਵੀ
परमात्मा ਦੀ ਯਾਦ ਤੋਂ ਬਿਨਾਂ ਖਾਲੀ ਨਾ ਜਾਏ, ਕਿਉਂਕਿ परमात्मा ਦੇ ਨਾਲ ਜੁੜਿਆ ਹੀ ਮਨ ਸ਼ਾਂਤ ਹੁੰਦਾ ਹੈ, ਮਨ ਵੀ ਔਰ ਤਨ ਵੀ। ਮੇਰੇ ਮਨ ਹਰ ਕਾ ਨਾਮ ਤੇ ਆਏ, ਓ ਮਾਈ ਮਾइंड meditate on the name of God। ਸੱਚੀ ਭਗਤਾਂ ਥੀਏ ਹਰ ਜਾਂ ਹਰ ਵਸੇ ਮਨ ਆਏ। So then alone the true worship is performed if ਵਾਹਿਗੁਰੂ ਜੀ comes and dwells within one's mind। केवल तद ही सच्ची उपासना, सच्ची प्रीति, सच्ची भगती, सच्ची डिवोशन है जेकर अकाल पुरख वाहिगुरू जी आके मनुख दे चित्त दे अंदर टिक जान। रहाओ सहजे से खेती राहिए, सच नाम बीज पाए। So with intuitive ways, सहजे cultivate your farm and plant the seed of the true name। खेती जम्मी अगली, मनुआ रजा सहज सुबाए। The seedlings have sprouted luxuriantly and with intuitive ease and the mind is satisfied। ਤਾਂ ਇਹ ਫਸਲ ਬਹੁਤ ਉਗਦੀ ਹੈ। ਇਹ ਫਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਦੇ ਪ੍ਰੇਮ ਵਿੱਚ ਜੁੜ ਕੇ ਰੱਜ ਜਾਂਦਾ ਹੈ, ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ। ਕ੍ਰੇਵਿੰਗਸ, ਡਿਜ਼ਾਇਰਸ ਉਹਨੂੰ ਇੱਦਾਂ ਪਰੇਸ਼ਾਨ ਨਹੀਂ ਕਰਦੀਆਂ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੇ ਤਿਖ ਜਾਏ। ਦ ਵਰਡ ਆਫ ਗੁਰੂ ਸ਼ਬਦ ਵਾਹਿਗੁਰੂ, ਵਾਹਿਗੁਰੂ ਇਜ਼ ਦ ਇਮਰੋਇਸਲ ਨੈਕਟਰ। ਇਸ ਨੂੰ ਪੀਤਿਆਂ ਹੀ ਪਿਆਸ ਬੁਝਦੀ ਹੈ। ਇਸ ਤੋਂ ਭਾਵ ਹੈ ਇਹ ਹੈ ਕਿ ਜਦੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਜਾਂ ਕੋਈ ਵੀ ਗੁਰਬਾਣੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਪੜ੍ਹਨੀ ਜਾਂ ਸੁਣਨੀ ਇਸ ਤਰ੍ਹਾਂ ਚਾਹੀਦੀ ਜਿਵੇਂ ਆਪਾਂ ਕਿਸੇ ਚੀਜ਼ ਨੂੰ ਪੀ ਰਹੇ ਹਾਂ। ਸਾਡਾ ਮਨ, ਸਾਡੀ ਸੁਰਤੀ, ਸਾਡਾ ਚਿੱਤ ਪਿਆਰ ਦੇ ਨਾਲ ਉਹਨੂੰ ਪੜ੍ਹੇ, ਪਿਆਰ ਦੇ ਨਾਲ ਆਪਾਂ ਉਹਨੂੰ ਸਿਮਰਨ ਕਰੀਏ, ਪਿਆਰ ਦੇ ਨਾਲ ਗੁਰਬਾਣੀ ਪੜ੍ਹੀਏ। ਇਸ ਤਰ੍ਹਾਂ ਪੜ੍ਹੀਏ ਜਿਵੇਂ ਆਪਾਂ ਕਿਸੇ ਚੀਜ਼ ਨੂੰ ਪੀ ਰਹੇ ਹਾਂ, ਕਿ ਸਾਡੇ ਤਨ ਮਨ ਦੇ ਅੰਦਰ ਉਹ ਸਮਾ ਰਹੀ ਹੈ। ਇਸ ਤਰ੍ਹਾਂ ਹੀ ਗੁਰਬਾਣੀ ਪੜ੍ਹਨਾ, ਇਸ ਤਰ੍ਹਾਂ ਹੀ ਨਾਮ ਸਿਮਰਨ ਕਰਨਾ, ਉਹ ਤਿੱਖ ਅੰਦਰੋਂ ਤ੍ਰਿਸ਼ਨਾ ਦੂਰ ਹੋਏਗੀ। ਇਹ ਮਨ ਸਾਚਾ ਸੱਚ ਰਤਾ, ਸੱਚੇ ਰਹਿਆ ਸਮਾਏ। This true mind is attuned to the true God and it remains permeated with the true one। ਆਖਣ ਵੇਖਣ ਬੋਲਣਾ ਸਭ ਦੇ ਰਹਿਆ ਸਮਾਏ। In speaking, in seeing and in words remain immersed in the ਸ਼ਬਦ। ਮਤਲਬ ਇਸਦਾ ਭਾਵ ਹੈ ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਹੀ ਲੀਨ ਰਹਿੰਦਾ ਹੈ। ਭਾਵ ਜਿਹੜੇ ਬੰਦੇ ਸਦਾ ਸਿਫਤ ਸਲਾਹ ਵਿੱਚ ਹੀ ਮਗਨ ਰਹਿੰਦੇ ਹਨ ਤੇ ਪ੍ਰਮਾਤਮਾ ਨੂੰ ਹਰ ਪਾਸੇ ਹਰ ਵਕਤ ਦੇਖਦੇ ਹਨ। ਮਤਲਬ ਕੁਝ ਬੋਲਣ ਵੇਲੇ ਵੀ ਹਰ ਵਕਤ ਉਹਨਾਂ ਦੀ ਸੁਰਤੀ ਵਾਹਿਗੁਰੂ ਨਾਲ ਜੁੜੀ ਰਹਿੰਦੀ ਹੈ। ਕੁਝ ਦੇਖਣ ਲੱਗੇ ਵੀ ਔਰ ਕੁਝ ਬੋਲਣ ਲੱਗੇ ਵੀ ਤਾਂ ਉਹ ਪੁਣ ਕੇ ਫਿਲਟਰ ਕਰਕੇ ਦੇਖਦੇ ਹਨ, ਫਿਲਟਰ ਕਰਕੇ ਹੀ ਬੋਲਦੇ ਹਨ, ਫਿਲਟਰ ਕਰਕੇ ਹੀ ਸੁਣਦੇ ਹਨ। ਵਾਹਿਗੁਰੂ ਦੇ ਭੈ ਵਿੱਚ ਦੇਖਦੇ ਹਨ, ਹਰੇਕ ਦੇ ਵਿੱਚ ਵਾਹਿਗੁਰੂ ਨੂੰ ਦੇਖਦੇ ਹਨ। ਬਿਯੋਂਡ ਜੈਂਡਰ ਉਹ ਦੇਖਦੇ ਹਨ ਕਿ ਜਿਤਨੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰਾ। ਵਾਹਿਗੁਰੂ ਨੂੰ ਦੇਖਦੇ ਨੇ। ਜਦੋਂ ਕੋਈ ਬੋਲਦਾ ਹੈ ਉਸ ਦੇ ਪਿੱਛੇ ਜੋ ਸ਼ਕਤੀ, ਜੋ ਸੱਤਿਆ ਉਸ ਇਨਸਾਨ ਨੂੰ ਦੇ ਰਹੀ ਹੈ, ਜਿਸ ਦੀ એનર્ਜੀ ਲੈ ਕੇ ਕੋਈ ਬੋਲ ਰਿਹਾ ਹੈ ਤਾਂ ਉਸ ਦੀ ਸੁਰਤੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਣ ਰਹੀ ਹੈ। ਬਾਣੀ ਵੱਜੀ ਚੌ ਜੁਗੀ, ਸੱਚੋ ਸੱਚ ਸੁਣਾਏ। ਦ ਵਰਡ ਆਫ ਗੁਰਬਾਣੀ ਵਾਈਬ੍ਰੇਟਸ ਥਰੂ ਆਊਟ ਦ 4 ages। सच्चो सच सुनाए। इट प्रीचेस ट्रुथ बट ओनली ट्रुथ। हौमै मेरा रह गया सच्चे लिया मिलाए। जो मेरे अंदर हौमे, ईगोटिज्म, पोजेसिवनेस सी, ईगोटिज्म एंड पोजेसिवनेस आर एलिमिनेटेड एंड द ट्रू वन एब्जॉर्ब्स देम इनटू हिमसेल्फ। सो सदा स्थिर रहना वाहिगुरू, सदा स्थिर रहन वाला वाहिगुरू उन्हां नूं अपनी याद विच जोड़ी रखदा है। इस वास्ते उन्हां दी हौमै मुक जाती है, अपना दूर हो जाती है। हौमै मीनस देह हंगता, देह ममता कि मैं ये देह हाँ, मैं ये शरीर हाँ, मेरा नाम फलाना है, मैं डॉक्टर हाँ, मैं इंजीनियर हाँ, मैं फलाने दी जगह दी रहन वाली हाँ, ये फलाने दी धी हाँ, फलाने दी भैन हाँ, फलाने दी इस्त्री हाँ, फलाने दी पुत्री हाँ, या फलाने दी माँ हाँ। ये सब जो इस शरीर ना है वो वाहिगुरू दे नाम रत्तियां वो सारियां ਜਿਹੜੀਆਂ ਉਹਦੇ ਉੱਪਰ ਗਲਾਫ ਚੜੇ ਹੋਏ ਨੇ। अन्नमय कोश, मनमय कोश, प्राणमय कोश, ਗਿਆਨਮय ਕੋਸ਼, ਵਿਗਿਆਨਮय ਕੋਸ਼ਾਂ ਨੂੰ ਲਾ ਕੇ ਜੋ ਅੰਦਰ ਸੂਖਸ਼ਮਤਾ ਜੋ ਸਾਡਾ ਆਤਮਾ ਸੱਚ ਹੈ, ਜੋ ਸਾਡਾ ਆਪਣਾ ਆਪ ਹੈ, ਉਸ ਦੀ
ਸਮਝ ਲੱਗ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਉਸ ਨਾਲ ਆਇਡੈਂਟੀਫਾਈ ਕਰਨ ਲੱਗ ਜਾਂਦੇ ਹਨ ਕਿ ਮੈਂ ਤਾਂ ਜਿਹਨੂੰ ਮੈਂ ਸਮਝਦਾ ਸਰੀਰ ਦੇ ਅੰਦਰ ਬੈਠਾ ਹਾਂ, ਇਹ ਤਾਂ ਮੇਰਾ ਇੱਕ ਵਹੀਕਲ ਹੈ ਜਾਂ ਇੱਕ ਵਸਤਰ ਹੈ। ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵ ਲਾਈ। ਸੋ ਦੋਜ਼ ਹੂ ਰਿਮੇਨ ਲਵਿੰਗਲੀ absorbed. Such rahe live lie means lovingly absorbed in the true one. See the mention of this presence close at hand. Nadri naam te aiye bin karma paya na jaye. So by grace of Vaheguru only we can meditate on naam, name of the Lord. Without his mercy it cannot be obtained. ਵਾਹਿਗੁਰੂ ਦੀ ਨਦਰ, ਗੁਰੂ ਦੀ ਕਿਰਪਾ ਤੋਂ ਬਿਨਾਂ ਕਦੇ ਵੀ ਉਸ ਨੂੰ ਪਾਇਆ ਨਹੀਂ ਜਾ ਸਕਦਾ। ਗੁਰ ਪ੍ਰਸਾਦ, ਗੁਰੂ ਦੇ ਪ੍ਰਸ਼ਾਦ, ਗੁਰੂ ਦੀ ਕਿਰਪਾ ਦੇ ਦੁਆਰਾ ਹੀ ਮਿਲੇਗਾ। ਪੂਰੇ ਭਾਗ ਸਤ ਸੰਗਤ ਲਹੇ ਸਤਿਗੁਰੂ ਭੇਟੇ ਜਿਸ ਆਏ। ਸੋ ਥਰੂ ਦਾ ਪਰਫੈਕਟ ਡੈਸਟਨੀ ਵਨ ਫਾਈਂਡਸ ਅ ਸਤ ਸੰਗਤ। ਸਤ ਸੰਗਤ ਵਿੱਚ ਸਤਪੁਰਸ਼ ਦੀ ਸੰਗਤ, ਬ੍ਰਹਮ ਗਿਆਨੀ ਕਾਰਕ ਮਹਾਂਪੁਰਖਾਂ ਦੀ ਸੰਗਤ, ਜਿਵੇਂ ਧੰਨ ਧੰਨ ਸ਼੍ਰੀ ਹਜ਼ੂਰ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਸਾਨੂੰ ਮਿਲੀ। ਸਾਡੇ ਵੱਡੇ ਭਾਗ ਹਨ। ਸਾਡੇ ਤੋਂ ਕੋਈ ਜ਼ਰੂਰ ਕੋਈ ਵੱਡਾ ਪੁੰਨ ਹੋਇਆ ਹੈ ਪਿਛਲੇ ਜਨਮ ਵਿੱਚ, ਤੱਕ ਕਿ ਸਾਨੂੰ ਸੰਤ ਮਹਾਰਾਜ ਜੀ ਦਾ ਇੱਕ ਸੰਬੰਧ ਪ੍ਰਾਪਤ ਹੋਇਆ ਹੈ। ਸਾਡੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਸ਼ਰਧਾ ਹੈ, ਸਾਡੇ ਦਿਲ ਵਿੱਚ ਉਹਨਾਂ ਦੇ ਕੀਰਤਨ, ਉਹਨਾਂ ਦਾ ਸਤਸੰਗ ਕਰਨ ਦੀ ਪ੍ਰਬਲ ਇੱਛਾ ਹੈ। ਸੋ ਇਹ ਪਰਫੈਕਟ ਡੈਸਟਨੀ ਕਰਕੇ ਹੀ ਵੀ ਹੈ ਫਾਊਂਡ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਕੀਰਤਨ, ਉਹਨਾਂ ਦੀ ਸੰਗਤ। ਔਰ ਉਹ ਟਾਈਮ ਤੇ ਸਪੇਸ ਤੋਂ ਬਿਯੋਂਡ ਨੇ। ਜੇ ਅੱਜ ਵੀ ਕੋਈ ਵੀ ਜੀਵ ਉਹਨਾਂ ਦੇ ਕੀਰਤਨਾਂ ਨੂੰ ਇੱਦਾਂ ਸੋਚਦਾ ਹੈ, ਬੈਠ ਕੇ ਸੁਣਦਾ ਹੈ, ਹਾਜ਼ਰੀ ਲਾਉਂਦਾ ਹੈ ਕਿ ਇਟਸ ਐਨ ਅਪਾਇੰਟਮੈਂਟ ਵਿਦ ਅਕਾਲ ਪੁਰਖ ਵਾਹਿਗੁਰੂ। ਜੇ ਕੋਈ ਇੱਦਾਂ ਮੱਥ ਕੇ ਸੋਚਦਾ ਕਿ ਹਾਂ ਇਹ ਕੀਰਤਨ ਨਹੀਂ, ਮੇਰੀ ਇੱਕ ਅਪਾਇੰਟਮੈਂਟ ਹੋ ਰਹੀ ਹੈ, ਮੈਂ ਮਿਲ ਰਿਹਾ ਹਾਂ ਸਾਕਸ਼ਾਤ ਪ੍ਰਭੂ ਭਗਵਾਨ ਨੂੰ, ਤਾਂ ਉਹਦੀ ਸਤਸੰਗ ਕੀਤੀ ਉੱਦਾਂ ਹੀ ਕਾਊਂਟ ਹੋਏਗੀ। ਜਦੋਂ ਜਿਨ੍ਹਾਂ ਨੇ ਜਿਸ ਵਕਤ ਸੰਤ ਮਹਾਰਾਜ ਜੀ ਇਸ ਪਲੈਨਟ 'ਤੇ ਫਿਜ਼ੀਕਲੀ ਆਏ ਔਰ ਉਹਨਾਂ ਨੇ ਬੈਠ ਕੇ ਉਹਨਾਂ ਦੇ ਕੀਰਤਨ, ਉਹਨਾਂ ਦੇ ਵਿੱਚ ਪਾਰਟਿਸਿਪੇਟ ਕੀਤਾ, ਕੀਰਤਨ ਸੁਣੇ ਗਾਏ, ਉਹਨਾਂ ਵਾਂਗ ਹੀ ਸਾਡੀ ਹਾਜ਼ਰੀ ਵੀ ਲੱਗੇਗੀ। ਜੇ ਅਸੀਂ ਇਹ ਮੰਨ ਕੇ ਚੱਲੀਏ, ਪੂਰੀ ਸ਼ਰਧਾ ਨਾਲ ਚੱਲੀਏ, ਕਿਉਂਕਿ ਗੁਰੂ ਕੀ ਆਸ਼ੀਸ਼ ਹੈ, ਜਿਸ ਭਾਵਨਾ ਨਾਲ ਅਸੀਂ ਉਹਨੂੰ ਦੇਖਾਂਗੇ ਉੱਦਾਂ ਹੀ ਸਾਨੂੰ ਫਲ ਮਿਲੇਗਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਜੀ, ਬਾਬਾ ਲਹਿਣਾ ਜੀ ਨੇ ਇਹੀ ਭਾਵਨਾ ਨਾਲ ਕੀਤਾ ਕਿ ਉਹ ਪਾਰਬ੍ਰਹਮ ਪਰਮੇਸ਼ਰ ਹਨ, ਤਾਂ ਉਹ ਗੁਰੂ ਰੂਪ ਹੋ ਗਏ। ਉੱਦਾਂ ਬਾਲਾ ਜੀ, ਉਹਨਾਂ ਦੀ ਵੀ ਭਾਵਨਾ ਮਹਾਂਪੁਰਖ ਵਾਲੀ ਸੀ। ਇੱਦਾਂ ਹੀ ਮਰਦਾਨਾ ਜੀ ਵੀ ਬ੍ਰਹਮ ਗਿਆਨੀ ਵਾਲੀ ਸੀ। ਤਾਂ ਜਿੱਦਾਂ ਜਿੱਦਾਂ ਜਿਸ ਦੀ ਭਾਵਨਾ ਸੀ ਉਹ ਉਹੀ ਰੂਪ ਹੋ ਗਏ। ਸੋ ਜਿਸ ਤਰ੍ਹਾਂ ਵੀ ਅਸੀਂ ਗੁਰੂ ਦੇ ਨਾਲ ਭਾਵ ਲਾਈਏ, ਸਾਨੂੰ ਉਹੀ ਫਲ ਮਿਲੇਗਾ। ਸੋ ਜੋ ਸਾਡਾ ਫਲ ਹੈ, ਸਾਡਾ ਜੋ ਸਕਸੈਸ ਹੈ, ਕਿਸ 'ਤੇ ਡਿਪੈਂਡ ਕਰਦਾ ਹੈ ਕਿ ਸਾਡੀ ਸ਼ਰਧਾ ਕਿਸ ਤਰ੍ਹਾਂ ਦੀ ਹੈ। 50% ਹੈ, 80% ਹੈ, 100% ਹੈ। ਕਿਸ ਤਰ੍ਹਾਂ ਦੀ ਸਾਡੀ ਸ਼ਰਧਾ ਹੈ, ਅਸੀਂ ਕਿਸ ਵਿਰਤੀ ਨਾਲ, ਕਿਸ ਭਾਵਨਾ ਨਾਲ ਕੀਰਤਨ ਸੁਣਦੇ ਹਾਂ ਜਾਂ ਸੰਤ ਮਹਾਰਾਜ ਦੇ ਸਰੂਪ ਦੇ ਜਦੋਂ ਦਰਸ਼ਨ ਕਰਦੇ ਹਾਂ, ਸਾਡੇ ਅੰਦਰ ਕੀ ਫੀਲਿੰਗ ਹੈ। ਅੰਦਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ। ਨਾਈਟ ਐਂਡ ਡੇ ਰਿਮੇਨ ਅਟਿਊਨ ਟੂ ਦ ਨਾਮ ਐਂਡ ਪੇਨ ਆਫ ਕਰਪਸ਼ਨ ਅਨੋਇੰਗ ਈਵਲ ਗੈਟਸ ਡਿਸਪੈਲਡ ਫਰੋਮ ਦ ਵਿਦਨ। ਜੋ ਅੰਦਰੋਂ ਮੋਹ ਹੈ, ਮਾਨ ਹੈ, ਕਿਉਂਕਿ ਜਦੋਂ ਮੋਹ ਤੇ ਮਾਨ ਇਨਸਾਨ ਵਿੱਚੋਂ ਦੂਰ ਹੋ ਗਏ, ਬਸ ਉਹ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਇੱਕ ਮੋਹ ਤੇ ਇੱਕ ਮਾਨ, ਹੰਕਾਰ। ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਉਹ ਨਾਨਕ ਮਰਜਿੰਗ ਵਿਦ ਦ ਸ਼ਬਦ through the name, one is immersed in the name. So Sangat ji, so as we just went through the whole Shabad and reflected the meanings in both English and Punjabi, so from lines 1 to 4, so this is a beautiful Shabad in Seri Raag Mahalla Tija by Shri Guru Amar Das Ji, and going through all the 19 lines in this Shabad. So what is the message? The message in the lines 1 to 4 in Pauri 1. So it is Guru Amar Das Ji saying that devotion is not bound by time. So if even for an instant the beloved is forgotten, Bhagat loses its essence. Every breath immersed in truth
immersed in Vaheguru makes mind and body cool and fruitful. Cool means here is not like, cool means Shanti, it's peace of mind. This cool is that oneness, union with the God, no distractions of desires, nothing pulling away from the Lord. So then the message is, oh mind, meditate on Naam. True bhakti happens only when the Lord dwells within. So Guruji is using farming imagery. He's imagining farming imagery and plant the seed of Naam with Sahaj, that is natural ease, Vaheguru or Shabad or Gurbani. The Guru's Shabad is Amrit. Drinking it quenches thirst. So the mind becomes satisfied and absorbed in the truth. And when speech, sight, actions are immersed in the Shabad, ego dissolves. Whenever we are speaking, whenever we are gazing at anything, whatever we are doing, our actions, they should be immersed in the Shabad. And the ego finally dissolves. Guru's Bani resounds through all ages, teaching truth. Those absorbed in truth dwell in divine presence. Naam is received only by divine grace, not by effort alone. By great fortune one meets Satguru and joins Satsangat. Then night and day immersed in Naam, the pain of Maya departs. Union with the divine comes only through Shabad and Naam. So basically the essence of the Shabad is that Bhakti is timeless. Every breath is devotion. And Naam is the seed. Shabad is the water, Sahaj is the climate. Immersion in Shabad transforms speech, sight and conduct. Grace, Guru and Sangat are essential. So union with the divine comes only through Naam. Beloved Sangat Ji, I want to humbly share that my reading of these Shabads is not because I know something. It is not an act of any scholarship or display. My true aim is to sit with you all in the warmth of Sangat and to do satsang together, to talk, to praise, to learn and to evolve as one spiritual family. So this is not my voice alone. It is the grace of Sant Maharaj Ji flowing through all of us. His love, His presence, His teachings, they are alive in this moment, in this gathering, in this Shabad. So we are not here to teach each other. We are here to remember together, to reflect on Guru Amar Das Ji's wisdom and to let it shape our hearts. So may this satsang be a mirror of love, a river of Naam and a garden of grace where each soul blossoms. So moving further, so Guru Amar Das Ji asks, when is the right time for devotion? We often think morning, evening or ritual hours. Guruji says, every breath is the right time. Bhakti is not bound by clocks. It is bound by love. So it is so important message here Guru Amar Das Ji is telling us that you can do bhakti all the time, any time. So it is not bound by any ritualistic hours. Yeah, Amrit Vela is very important. But here, the more focus is that you don't have to disconnect from the God anytime. It is the connectivity He is focusing on. That throughout the day, night, andron live, andron chit vich Vaheguru vasya hove. Like Sant Maharaj Ji used to say, Maharaj Ji ਕਹਿੰਦੇ ਰਹਿੰਦੇ ਆਪਣੇ ਕੀਰਤਨਾਂ ਦੇ ਵਿੱਚ, that just as a mother never forgets her child, the Bhagat never forgets the beloved. If even one breath passes without Naam, it is wasted.
So the practical uses that make every breath fruitful by remembrance. You can remember Vaheguru by saying Vaheguru, or you can just focus on Nanak. Dhan Guru Nanak Ji, Tu Hi Nirankar. Dhan Guru Angad Dev Ji, Dhan Guru Amar Das Ji, Dhan Guru Ram Das Ji, Dhan Dhan Sant Ishwar Singh Ji Maharaj, Rada Sahib Wale. So you can, make every breath fruitful by just remembering the Lord. So Bhakti is not an external show, but nowadays it has become more like, an external show. It is like an event. It is when basically Bhakti is that when the Naam vibrates inside the mind, when remembrance becomes natural with intuitive ease naturally from inside. So anchor the mind in the Naam. So main instruction here is that we have to anchor our mind in Naam. Just as farmer waters his field daily, the devotee waters his soul with Shabad. The Guru's word is Amrit, drinking it quenches the thirst of Maya. So drinking here refers it like we are not here mechanically speaking or just mechanically reading the Shabad. We have to put our heart and soul, even in this satsang when we are listening, when I am speaking, our heart and soul, it should be together. We have to listen, focusing on every word, then absorbing and then reflecting it in our practical life. So plant name daily, nurture it with Shabad, and let Sahaj be the climate like patience, no hurry. Sahaj. So when every word is a praise, when every sight is darshan, when every action is seva, then homage dissolves. Ego melts and one sees the divine presence close at hand. So here it means very, very important immersion in the Shabad. How the homage dissolves. When every word is praise, every sight is darshan, when every action is seva, then homage dissolves. So practically we have to transform our speech, sight and conduct into continuous kirtan, like when we are gazing at someone. Brahm Drishti, we have to focus. What we have now is Vikari Drishti. When we look at someone, we see, differentiate, we discriminate on the basis of caste, color, creed, on the basis of education, on the basis of countries, states, religion. No. When we see only Brahm. So we have to transform ourselves from Bikari Drishti into Brahm Drishti. Drishtante ko, sunyante ko. So when we are working selflessly, without any desire for the whole humanity, when we want the welfare of the humanity, when we say Sarbat da pala, Saryan da hi pala hove. So that is the continuous kirtan when we have those feeling of oneness, when we feel from our heart that whole universe is, part of me, everybody, every creature, every tree, nature, mountains, trees, rivers, human beings, creatures, birds, insects, reptiles, everything. It is whole one, this universe. Sun, wind, water, light. Then grace and satsang comes. Do not be misled by cults or impostors who sell rituals. Only Sadguru can connect you to Naam. Only in satsang does the pain of Maya dissolves. Seek Sadguru. Join Satsangat. Rely on divine grace. So if we have that
connection because of our past previous births with any Mahapurukh, any Karak Ru, which we can say 200% yes, we can stamp ki yeah, this is the divine soul. Then we can seek that soul as our divine Sadguru, or Tan Tan Shri Guru Granth Sahib Ji Maharaj, our 11th Guru. Seek Guru Granth Sahib Ji, ਉਹਨਾਂ ਦੀ ਸੰਗਤ, do Sahaj Path or join Sat Sangat, do Sangat together, rely on divine grace. Then Guruji concludes, Nanak Sabd Milavada Name Naam Samaye. Naam is not just remembrance, it is union. When Naam vibrates, the soul merges into the beloved. This is the true Bhakti, which is beyond any ritual, beyond ego. So resolve to live every breath in Naam, every action in Shabad, every moment in Sangat. So Guru Amar Das Ji teaches that Bhakti is timeless, Naam is seed, Shabad is Amrit, Sahaj is the climate. Satguru and Sangat are the channels. The divine grace is the gift. As Sant Isha Singh Ji Maharaj says, the true Bhakti is union with beloved through Naam. So, Sangat Ji, the Shabad which we have reflected today, this Bani is a jewel of wisdom. So, what it basically teaches us that Bhakti is not bound by any time, but by constant remembrance of Naam. So, if you try to fix a time for devotion, when will it happen? So, true Bhakti is not morning, evening, it is every breath. So, even for an instant, if the beloved is forgotten, devotion loses its essence. So, devotion is timeless, uninterrupted, and fruitful when every breath is offered in remembrance. So, Bhakti is not an external show or an event, which nowadays it has become. So, it is when it becomes naturally, the Naam is vibrating inside the Naam. So, for any Bhagat, the Naam dwelling within it, its heart is his or her anchor. So, Naam is the seed, Shabad is the water, and Sahaj is the climate for spiritual growth. So, when we dwell in truth, gradually true Bhakti reforms us, transforms our speech, vision, and our conduct into a continuous Kirtan. So, and Naam is received only by divine grace, not by effort alone. We have to put our effort, but after Guru Prasad, when the Guru is happy, when Guru looks that the intentions of the devotee are the true, because intentions matter. So grace, Nadar, Guru and Sangat are the channels through which the Naam blossoms. So the practical takeaways are that every breath is Bhakti. Do not wait for ritual hours. Naam is the seed planted daily through Simran. Shabad is Amrit. Drink it and quench Maya's thirst. Satsang with Sadguru, the only path to union. Listen as much Kirtans of Sant Isha Singh Ji Maharaj, Rara Sahib, and also do Sahaj Path from Shri Guru Granth Sahib Ji Maharaj. Union through Naam is the essence of Sikh Dharma. So let us pray in the lotus feet of all the Gurus, Tan Tan Shri Guru Nanak Dev Ji Maharaj, Tan Tan Shri Guru Angad Dev Ji Maharaj, Tan Tan Shri Guru Amar Das Ji Maharaj, Tan Tan Shri Guru Ram Das Ji Maharaj, Tan Tan Shri Guru Arjan Dev Ji Maharaj, Tan Tan Shri Guru Har Gobind Singh Ji Maharaj, Tan Tan Shri Guru Har Rai Ji Maharaj, Tan Tan Shri Guru Har Krishan Ji Maharaj,
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। And take the blessings of Akal Purkh Vaheguru Ji, and I pay my dandot and bandana, dandot bandhan अनेक बार, सर्व कला समरथ डोलन ते राखो प्रभु, नानक देकर हाथ टू माय प्यारे गुरुदेव जी। धन धन श्री हजूर संत ईशर सिंह जी महाराज डाड़ा साहिब वाले, हिज होलीनेस। I pray, I bow on Maharaj Ji's feet and pray that we have read this Shabad, we have reflected. Please, ਇਸ ਬਾਣੀ ਦਾ ਸ਼ਬਦਾਂ ਦਾ ਜੋ ਭਾਵ meanings and they get absorbed into our hearts and we reflect and walk on this path with a whole heart, mind and soul. Please bless us with your name. अपने चरण कमलों की प्रीत बख्शो। राज न चाहूँ मुक्त न चाहूँ, चाहूँ प्रीत चरण कमलारे। चरण कमलों की प्रीत अंतले स्वासत तक बनी रहे। वाहिगुरू जी का खालसा, वाहिगुरू जी की फतेह।